परम सत्कारयोग गुरु रूप गुरु प्यारी गुरु खालसा साध संगत जी। आओ जो अज श्री दरबार साहिब श्री हरमंदर साहिब दीन दुनिया दे मालिक धन धन साहिब श्री गुरु ग्रंथ साहिब महाराज जियां ने जो श्री मुखवाक साहिब जियां दी बख्शिश कीती है, उस हुक्मनामा साहिब जियां दे आपां अखरी अर्थ सरवण करिए। विचार दी आरंभता तो पहला धन श्री गुरु ग्रंथ साहिब महाराज जियां दे चरनां विच हाजरी लवाउंदे होए धन गुरु गोबिंद सिंह महाराज जियां वल्लों बख्शिश कीती होई फतेह बुलाइए। कोई भी रसना वांझी ना रहे, सारी संगत गज के आखो जी वाहिगुरु जी का खालसा वाहिगुरु जी की फतेह। बेनती है जिन्नियां भी संगतां ने साडा यूट्यूब चैनल सबसक्राइब नहीं कीता, वो साडा यूट्यूब चैनल जरूर सबसक्राइब करो, क्योंकि असीं इस चैनल ते जो सतगुरु जी श्री मुखवाक साहिब जियां दी बख्शिश करते हैं, उस हुक्मनामा साहिब जियां दे हर रोज़ अखरी अर्थ अपलोड करते हैं अते नाल ही होर गुरबाणी दी कथा विचार गुरबाणी कीर्तन असी इस चैनल ते अपलोड करते हाँ जी। आओ अज सतगुरु जियां ने साडे ते की रहमत कीती है, साडे ते की बख्शिश कर रहे हैं, सरवण करिए जी। सूही महला पहला। अज दा मुख वाक सिख कौम दे पहले सतगुरु धन धन साहिब श्री गुरु नानक देव महाराज जियां ने अपनी रसना तो उचारण कीता होया है, जो कि राग सूही विच है। ये पावन पवित्र शब्द धन श्री गुरु ग्रंथ साहिब महाराज जियां अंदर 729 अंग ते सुभाएमान है। जिनको भांडे भाओ तिना सवारसी, जिनको तो भाव है जिन्हां जीवां नूं, भांडे तो भाव है हिरदे विच, भाओ तो भाव है प्रेम। एक भाओ हुंदा एक भौ हुंदा, भाओ तो भाव हुंदा प्रेम, भौ तो भाव हुंदा डर। महाराज कहंदे जिनको भांडे भाओ, ਉਹ परमात्मा ने जिन्हां जीवां नूं जिन्हां जीवां दे हिरदे रूपी भांडे विच प्रेम दा दान दे दिता, प्रेम दी पिछिया दे दिता। उस प्रेम दी बरकत नाल उन्हां दा जीवन सोहना बन जांदा है। जिनको भांडे भाओ, जिन्हां दे हिरदे रूपी घर विच अकाल पुरख वाहिगुरू जी ने प्रेम टका दिता, ਜਾਂ ਇਉਂ ਕਹਿ ਲਓ ਜਿਨ੍ਹਾਂ ਦਾ ਪਿਆਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਬਣ ਗਿਆ, ਤਿੰਨਾਂ ਸਵਾਰ ਸੀ ਪਰਮਾਤਮਾ ਵਾਹਿਗੁਰੂ ਜੀ ਉਹਨਾਂ ਦਾ ਜੀਵਨ ਸੋਹਣਾ ਬਣਾ ਦਿੰਦੇ ਹਨ। ਸੁਖੀ ਕਰੈ ਪਸਾਓ ਦੁਖ ਵਿਸਾਰਸੀ, ਸੁਖੀ ਕਰੈ ਪਸਾਓ, ਉਹਨਾਂ ਉੱਤੇ ਪਰਮਾਤਮਾ ਵਾਹਿਗੁਰੂ ਜੀ ਸੁੱਖਾਂ ਦੀ ਬਖਸ਼ਿਸ਼ ਕਰ ਦਿੰਦੇ ਹਨ। ਦੁੱਖ ਵਿਸਾਰਸੀ, ਅਤੇ ਉਹਨਾਂ ਦੇ ਸਾਰੇ ਜ਼ਿੰਦਗੀ ਦੇ ਦੁੱਖ ਦੂਰ ਕਰ ਦਿੰਦੇ ਹਨ। ਕਿਹਨਾਂ ਦੇ? ਜਿਨ੍ਹਾਂ ਦਾ ਪ੍ਰੇਮ ਵਾਹਿਗੁਰੂ ਪਰਮਾਤਮਾ ਜੀ ਨਾਲ ਪੈ ਜਾਂਦਾ ਹੈ। ਸਹਿਸਾ ਮੂਲ ਨਾ ਜਾਹੇ ਸਰ ਪਰ ਤਾਰਸੀ, सहसा मूल ना जाए। सहसा तो भाव है शक, सर पर तो भाव है जरूर, सहसा मूले नाहे। इस गल विच रता भी शक नहीं कि अजिहे जीवां नूं प्रभु जरूर संसार समुंदर तो पार लंघा लैंदा है। सर पर तारसी तो भाव है संसार समुंदर तो जरूर पार कर दिंदा है। ते ना मिलिया गुर आए
ਜਿਨ ਕੋ ਲੀਖਿਆ ਤਿਨਾ ਮਿਲਿਆ ਗੁਰ ਆਏ, ਜਿਨ ਕੋ ਲੀਖਿਆ। ਜਿਨ੍ਹਾਂ ਮਨੁੱਖਾਂ ਨੂੰ ਧੁਰੋਂ ਹੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਦਾ ਲੇਖ ਮਿਲ ਜਾਂਦਾ ਹੈ, ਪਰਮਾਤਮਾ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋ ਜਾਂਦੀ ਹੈ, ਤਿਨਾਂ ਮਿਲਿਆ ਗੁਰ ਆਏ, ਉਹਨਾਂ ਨੂੰ ਹੀ ਪੂਰਨ ਸਤਿਗੁਰੂ ਜੀ ਦਾ ਮਿਲਾਪ ਹੁੰਦਾ ਹੈ। ਉਹੀ ਸਤਿਗੁਰੂ ਜੀ ਦੀ ਹਜ਼ੂਰੀ ਅੰਦਰ ਆਉਂਦੇ ਹਨ, ਉਹਨਾਂ ਦੀ ਜ਼ਿੰਦਗੀ ਅੰਦਰ ਹੀ ਗੁਰੂ ਆਉਂਦਾ ਹੈ। ਜਿਨ੍ਹਾਂ ਬੰਦਿਆਂ ਦਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਧੁਰੋਂ ਹੀ ਬਖਸ਼ਿਸ਼ ਦਾ ਲੇਖ ਲਿਖ ਦਿੱਤਾ। ਅੰਮ੍ਰਿਤ ਹਰਿ ਕਾ ਨਾਉ ਦੇਵੈ ਦੀਖਿਆ। ਅੰਮ੍ਰਿਤ ਹਰਿ ਕਾ ਨਾਉ ਦੇਵੈ ਦੀਖਿਆ। ਗੁਰੂ ਉਹਨਾਂ ਨੂੰ ਪਰਮਾਤਮਾ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਸਿੱਖਿਆ ਵਜੋਂ ਦਿੰਦਾ ਹੈ। ਗੁਰਮੁਖੋ, ਗੁਰੂ ਹੀ ਹੈ ਜਿਹੜਾ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਇਨਸਾਨ ਨੂੰ ਦੇ ਸਕਦਾ ਹੈ। ਇੱਕੋ ਹੀ ਇੱਕ ਰਸਤਾ ਹੈ, ਸਤਿਗੁਰੂ ਜੀਆਂ ਦੇ ਚਰਨਾਂ ਵਿੱਚ ਆ ਕੇ ਜਦੋਂ ਅਸੀਂ ਨਾਮ ਦੀ ਦਾਤ ਮੰਗਾਂਗੇ, ਮਹਾਰਾਜ ਸਾਨੂੰ ਨਾਮ ਬਖਸ਼ ਦੇਣਗੇ। ਤਾਂ ਹੀ ਮਹਾਰਾਜ ਕਹਿੰਦੇ ਇਹ ਜੀਵਨ ਤੌਰ ਤੇ ਪਰਮਾਤਮਾ ਦੇ ਰਸਤੇ ਤੇ ਤੁਰ ਸਕਦਾ ਹੈ। ਚਾਲੈ ਸਤਿਗੁਰ ਭਾਏ, ਭਵਹਿ ਨਾ ਭੀਖਿਆ। ਚਾਲੈ ਸਤਿਗੁਰ ਭਾਏ, ਭਵਹਿ ਨਾ ਭੀਖਿਆ। ਉਹ ਇਨਸਾਨ ਗੁਰੂ ਦੇ ਦੱਸੇ ਅਨੁਸਾਰ ਤੁਰਦੇ ਹਨ ਤੇ ਹੋਰ ਪਾਸੇ ਭਟਕਦੇ ਨਹੀਂ ਫਿਰਦੇ। ਜ਼ਿੰਦਗੀ ਅੰਦਰ ਸਤਿਗੁਰੂ ਜੀ ਦਾ ਆਉਣਾ ਬਹੁਤ ਜ਼ਰੂਰੀ ਹੈ। ਜਿਵੇਂ ਇੱਕ ਬੱਚਾ ਸਕੂਲ ਅੰਦਰ ਜਾਂਦਾ ਹੈ, ਸਕੂਲ ਅੰਦਰ ਜਾਣ ਵਾਸਤੇ ਉਹਨੂੰ ਸਕੂਲ ਦੀ ਡਰੈਸ ਵੀ ਪਾਣੀ ਪੈਂਦੀ ਹੈ, ਉਹਨੂੰ ਜੀਵਨ ਵਿੱਚ ਹੋਰ ਬੜੀਆਂ ਚੀਜ਼ਾਂ ਕਰਨੀਆਂ ਪੈਂਦੀਆਂ, ਸਕੂਲ ਜਾ ਕੇ ਪੜ੍ਹਾਈ ਵੀ ਕਰਨੀ ਪੈਂਦੀ ਹੈ, ਉਹਦੇ ਟੈਸਟ ਵੀ ਹੁੰਦੇ ਆ, ਪਾਸ ਵੀ ਹੁੰਦੇ ਆ। ਪਰ ਜਿਹੜੇ ਬੱਚੇ ਸਕੂਲ ਹੀ ਨਹੀਂ ਜਾਂਦੇ, ਉਹ ਨਾ ਤਾਂ ਵਧੀਆ ਜੋਬਾਂ ਤੇ ਜਾਂਦੇ ਹੈ, ਨਾ ਉਹਨਾਂ ਨੂੰ ਸਮਝ ਆਉਂਦੀ ਹੈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਤੂੰ ਵੀ ਸਤਿਗੁਰੂ ਜੀਆਂ ਦੇ ਸਕੂਲ ਅੰਦਰ ਦਾਖਲਾ ਲੈ, ਆਪਣੇ ਗੁਰੂ ਜੀ ਦੇ ਸਕੂਲ ਅੰਦਰ ਦਾਖਲਾ ਰਹਿ। ਜਿਵੇਂ ਬੱਚਾ ਸਕੂਲ ਜਾਂਦਾ, ਸਭ ਤੋਂ ਪਹਿਲਾਂ ਉਹਨੂੰ ਡਰੈਸ ਮਿਲਦੀ ਹੈ, ਵਰਦੀ ਮਿਲਦੀ ਹੈ, ਤੂੰ ਵੀ ਸਤਿਗੁਰੂ ਜੀਆਂ ਦੀ ਵਰਦੀ ਪਹਿਨ। ਜੋ ਸਤਿਗੁਰੂ ਜੀਆਂ ਨੇ ਸਾਨੂੰ ਵਰਦੀ ਦਿੱਤੀ ਹੈ, ਉਹ ਵਰਦੀ ਨੂੰ ਪਹਿਨੀਏ, ਪੰਜ ਕਕਾਰ ਪਾਈਏ, ਗੁਰੂ ਵਾਲੇ ਬਣੀਏ ਤੇ ਰਹਿਤ ਰੱਖੀਏ। ਬੱਚੇ ਵਾਸਤੇ ਸਕੂਲ ਜਾਣ ਲਈ ਵਰਦੀ ਲਾਜ਼ਮੀ ਹੈ। ਜਿਹੜਾ ਬੱਚਾ ਬਿਨਾਂ ਵਰਦੀ ਤੋਂ ਸਕੂਲ ਜਾਂਦਾ, ਉਹਨੂੰ ਡਾਂਟ ਪੈਂਦੀ ਹੈ, ਟੀਚਰ ਖਿੱਚਦੇ ਹਨ। ਇਸੇ ਤਰ੍ਹਾਂ ਗੁਰੂ ਰੂਪੀ ਸਕੂਲ ਅੰਦਰ ਆਉਣ ਵਾਸਤੇ ਵੀ ਗੁਰੂ ਜੀ ਦੇ ਦੱਸੇ ਹੋਏ ਚਿੰਨ੍ਹ ਧਾਰਨ ਕਰਨੇ ਬਹੁਤ ਲਾਜ਼ਮੀ ਹਨ। ਉਸ ਤੋਂ ਬਾਅਦ ਸਤਿਗੁਰੂ ਜੀ ਸਾਨੂੰ ਪੜ੍ਹਾਈ ਕਰਾਉਂਦੇ ਹਨ। ਪੜ੍ਹਾਈ ਕਿਹੜੀ ਹੈ? ਪਰਮਾਤਮਾ ਵਾਹਿਗੁਰੂ ਜੀ ਦੇ ਘਰ ਦੀ। ਗੁਰੂ ਸਾਹਿਬ ਸਾਨੂੰ ਆਤਮਿਕ ਜੀਵਨ ਦੇਣ ਵਾਲਾ ਨਾਮ ਸਿੱਖਿਆ ਵਜੋਂ ਦਿੰਦੇ ਹਨ। ਟੀਚਰ ਸਕੂਲ ਵੀ ਪੜ੍ਹਾਈ ਕਰਾਉਂਦਾ ਹੈ ਤੇ ਬਾਅਦ ਵਿੱਚ ਘਰ ਵੀ ਹੋਮਵਰਕ ਦੇਂਦਾ ਹੈ ਵੀ ਆਹ ਘਰੋਂ ਕਰਕੇ ਆਉਣਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਅੰਤਰ ਗੁਰ ਅਰਾਧਨਾ, ਜਿਹਬਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਇੱਥੇ ਵੀ ਤੈਂ ਕੁਝ ਕਰਨਾ ਤੇ ਘਰ ਜਾ ਕੇ ਇਹ ਨਾਮ ਦੀ ਕਮਾਈ ਕਰਨੀ ਹੈ। ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ 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 ਕਰਨਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਯਾਦ ਕਰਨਾ। ਇਹ ਸਤਿਗੁਰੂ ਜੀ ਸਾਨੂੰ ਸਿੱਖਿਆ ਵਜੋਂ ਦਿੰਦੇ ਹੈ ਵੀ ਕੋਈ ਵੀ ਕੰਮ ਕਰਨਾ, ਕੰਮ ਕਰਦਿਆਂ ਕਰਦਿਆਂ ਤੇਰੀ ਸੁਰਤ ਅੰਦਰ ਪਰਮਾਤਮਾ ਵਾਹਿਗੁਰੂ ਜੀ ਦੀ ਯਾਦ ਹੋਵੇ। ਫਿਰ ਮਹਾਰਾਜ ਕਹਿੰਦੇ ਚਾਲੈ ਸਤਿਗੁਰ ਭਾਏ, ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਭਵਹਿ ਨਾ ਭੀਖਿਆ, ਤੇ ਹੋਰ ਕਿਸੇ ਦੇ ਦਰ ਤੇ ਨਾ ਭਟਕਦਾ ਫਿਰੇ। ਸਿਰਫ ਤੇ ਸਿਰਫ ਸਤਿਗੁਰੂ ਜੀ ਦੇ ਦੱਸੇ ਅਨੁਸਾਰ ਹੀ ਆਪਣੇ ਜੀਵਨ ਨੂੰ ਢਾਲੇ, ਸਤਿਗੁਰੂ ਜੀ ਦੇ ਦੱਸੇ ਹੋਏ ਰਸਤੇ ਤੇ ਹੀ ਚੱਲੇ। ਜਿਹੜਾ ਬੱਚਾ ਟੀਚਰ ਦੀ ਦੱਸੀ ਹੋਈ ਗੱਲ ਤੇ ਅਮਲ ਕਰਦਾ ਹੈ,
ਉਹ ਜ਼ਿੰਦਗੀ ਅੰਦਰ ਤਰੱਕੀ ਕਰਦਾ ਹੈ, ਵਕੀਲ ਬਣਦਾ, ਜੱਜ ਬਣਦਾ, ਟੀਚਰ ਬਣਦਾ ਤੇ ਹੋਰ ਪਤਾ ਨਹੀਂ ਕਿੰਨੀਆਂ ਪੋਸਟਾਂ ਤੇ ਜਾਂਦਾ ਹੈ। ਕੌਣ? ਜਿਹੜਾ ਆਪਣੇ ਟੀਚਰ ਦੇ ਦੱਸੇ ਹੋਏ ਨੂੰ ਆਪਣੇ ਹਿਰਦੇ 'ਚ ਗ੍ਰਹਿਣ ਕਰੇ, ਟੀਚਰ ਦੇ ਦੱਸੇ ਹੋਏ ਨੂੰ ਸਦਾ ਹੀ ਯਾਦ ਰੱਖੇ। ਉਹ ਡਿਗਰੀਆਂ ਵੀ ਕਰ ਲੈਂਦੇ ਐ, ਪਰ ਜਿਹੜੇ ਟੀਚਰ ਦੀ ਗੱਲ ਨੂੰ ਅਣਸੁਣੀ ਕਰ ਦਿੰਦੇ ਐ, ਇੱਕ ਕੰਨ ਨਾਲ ਸੁਣ ਕੇ ਦੂਜੇ ਕੰਨ ਰਾਹੀਂ ਕੱਢ ਦਿੰਦੇ ਐ, ਤੇ ਗੁਰਮੁਖੋ ਉਹ ਫਿਰ ਤਾਂ ਪਾਸ ਵੀ ਨਹੀਂ ਹੁੰਦੇ, ਉਹ ਫਿਰ ਧੱਕੇ ਹੀ ਖਾਂਦੇ ਹਨ। ਉਹ ਆਪਣੀ ਜ਼ਿੰਦਗੀ ਅੰਦਰ ਕਾਮਯਾਬ ਨਹੀਂ ਹੁੰਦੇ, ਉਹ ਤਾਂ ਦਿਹਾੜੀਆਂ ਹੀ ਕਰਦੇ ਹਨ। ਉਹੀ ਟੀਚਰ ਕੋ ਪੜ੍ਹਿਆ ਹੋਇਆ ਇਨਸਾਨ ਮਹੀਨੇ ਦਾ ਲੱਖਾਂ ਰੁਪਈਆ ਕਮਾਉਂਦਾ ਹੈ, ਤੇ ਉਹੀ ਟੀਚਰ ਕੋ ਪੜ੍ਹਿਆ ਇਨਸਾਨ ਮਹੀਨੇ ਦਾ ਤਕਰੀਬਨ 5000 ਰੁਪਇਆ ਕਮਾਉਂਦਾ ਹੈ। ਇਹਦੇ ਵਿੱਚ ਗਲਤੀ ਟੀਚਰ ਦੀ ਨਹੀਂ, ਗਲਤੀ ਉਸ ਬੱਚੇ ਦੀ ਹੈ, ਕਿਉਂਕਿ ਉਹਨੇ ਟੀਚਰ ਦੀ ਗੱਲ ਤੇ ਅਮਲ ਨਹੀਂ ਕੀਤਾ। ਸਤਿਗੁਰੂ ਜੀਆਂ ਦੇ ਕੋਲ ਹਰ ਇੱਕ ਇਨਸਾਨ ਆਉਂਦਾ ਹੈ। ਮਹਾਰਾਜ ਜੀਆਂ ਕੋਲ ਸਿੱਖਿਆ ਸਤਿਗੁਰੂ ਜੀ ਹਰ ਇੱਕ ਨੂੰ ਦਿੰਦੇ ਹੈ ਵੀ ਪਰਮਾਤਮਾ ਦਾ ਸਿਮਰਨ ਕਰ, ਵਾਹਿਗੁਰੂ ਜੀ ਨੂੰ ਇਸ ਤਰ੍ਹਾਂ ਯਾਦ ਕਰ, ਪਰਮਾਤਮਾ ਦੇ ਨਾਮ ਦਾ ਆਰਾਧਨ ਕਰ, ਤੈਨੂੰ ਹਰ ਇੱਕ ਚੀਜ਼ ਮਿਲੇਗੀ। ਕੋਈ ਇਨਸਾਨ ਤਾਂ ਪਰਮਾਤਮਾ ਦਾ ਸਿਮਰਨ ਕਰਦੇ ਹਨ, ਦਿਲੋਂ ਵਾਹਿਗੁਰੂ ਜੀ ਨਾਲ ਜੁੜ ਜਾਂਦੇ ਹਨ, ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਹਨ। ਇੱਕ ਸਮਾਂ ਆਉਂਦਾ ਉਹ ਸੰਤ ਬਣ ਜਾਂਦੇ, ਬ੍ਰਹਮ ਗਿਆਨੀ ਬਣ ਜਾਂਦੇ, ਗੁਰਮੁਖ ਬਣ ਜਾਂਦੇ ਐ। ਪਰ ਇੱਕ ਗੁਰੂ ਜੀ ਦੀ ਸ਼ਰਨ ਵਿੱਚ ਆਉਂਦੇ ਐ, ਉਹ ਇੱਕ ਕੰਨ ਰਾਹੀਂ ਸੁਣਦੇ ਐ ਤੇ ਦੂਜੇ ਕੰਨ ਰਾਹੀਂ ਕੱਢ ਦਿੰਦੇ, ਉਹਨਾਂ ਦਾ ਕੁਝ ਨਹੀਂ ਬਣਦਾ। ਉਹ ਵਿਕਾਰਾਂ ਦੇ ਮੋਹ ਵਿੱਚ ਫਿਰ ਫਸ ਜਾਂਦੇ ਐ, ਉਹ ਮਾਇਆ ਦੇ ਮੋਹ ਵਿੱਚ ਫਸ ਜਾਂਦੇ ਆ। ਮਹਾਰਾਜ ਕਹਿੰਦੇ ਚੱਲ ਸਤਿਗੁਰ ਭਾਏ ਭਵਹਿ ਨਾ ਭੀਖਿਆ, ਮਨਾ ਗੁਰੂ ਦੇ ਦੱਸੇ ਹੋਏ ਰਸਤੇ ਤੇ ਹੀ ਚੱਲਿਆ ਕਰ। ਭਵਹਿ ਨਾ ਭੀਖਿਆ, ਹੋਰ ਕਿਸੇ ਪਾਸੇ ਨਾ ਭਟਕਦਾ ਫਿਰ। ਜਾ ਕੋ ਮਹਿਲ ਹਜੂਰ ਦੂਜੇ ਨਿਵੈ ਕਿਸ, ਜਾ ਕੋ ਮਹਿਲ ਹਜੂਰ ਦੂਜੈ ਨਿਵੈ ਕਿਸ। ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਜਿਸ ਬੰਦੇ ਨੂੰ ਪਰਮਾਤਮਾ ਦੀ ਹਜ਼ੂਰੀ ਵਿੱਚ ਥਾਂ ਮਿਲ ਜਾਂਦਾ ਹੈ, ਉਹ ਕਿਸੇ ਹੋਰ ਦੇ ਅੱਗੇ ਤਰਲੇ ਨਹੀਂ ਕਰਦਾ ਫਿਰਦਾ। ਦਰ ਦਰ ਵਾਣੀ ਨਾਹੇ ਮੂਲੇ ਪੁੱਛ ਕਿਸਤ, ਦਰ ਦਰ ਵਾਣੀ ਨਾਹੇ ਮੂਲੇ ਪੁੱਛ ਤਿਸ। ਪਰਮਾਤਮਾ ਦੇ ਦਰਵਾਜ਼ੇ ਤੇ ਪਹੁੰਚੇ ਹੋਏ ਨੂੰ ਜਮ ਆਦਿਕ ਦਰਬਾਨਾਂ ਵੱਲੋਂ ਕੋਈ ਰਤਾ ਭਰ ਵੀ ਪੁੱਛ ਗਿੱਛ ਨਹੀਂ ਹੁੰਦੀ। ਜਿਹੜਾ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ, ਜਿਹਨੇ ਆਪਣੀ ਜ਼ਿੰਦਗੀ ਅੰਦਰ ਗੁਰੂ ਨੂੰ ਧਾਰਨ ਕੀਤਾ, ਸਤਿਗੁਰੂ ਜੀ ਦੇ ਚਰਨਾਂ ਵਿੱਚ ਆਉਂਦਾ ਹੈ। ਦਰ ਦਰ ਵਾਣੀ ਨਾਹੇ, ਪਰਮਾਤਮਾ ਦੇ ਦਰਵਾਜ਼ੇ ਤੇ ਪਹੁੰਚੇ ਹੋਏ ਨੂੰ ਜਮ ਆਦਿਕ ਦਰਬਾਨਾਂ ਵੱਲੋਂ ਕੋਈ ਰਤਾ ਭਰ ਵੀ ਮਹਾਰਾਜ ਕਹਿੰਦੇ ਪੁੱਛ ਗਿੱਛ ਨਹੀਂ ਹੁੰਦੀ। ਪੁੱਛੈ ਤਿਸ, ਮੂਲੇ ਪੁੱਛੈ ਤਿਸ, ਕੁਝ ਨਹੀਂ ਪੁੱਛਦੇ। ਛੂਟੈ ਤਾਂ ਕੈ ਬੋਲ ਸਾਹਿਬ ਨਦਰ ਜਿਸ, ਕਿਉਂਕਿ ਜਿਸ ਗੁਰੂ ਉੱਤੇ ਮਾਲਕ ਪ੍ਰਭੂ ਦੀ ਮਿਹਰ ਦੀ ਨਜ਼ਰ ਹੈ, ਉਸ ਗੁਰੂ ਦੇ ਬਚਨ ਵਿੱਚ ਚੱਲ ਕੇ ਉਹ ਬੰਦਾ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ। ਕੱਲੇ ਆਣੇ ਆਪ ਜਿਸ ਨਾਹੀ ਦੂਜੈ ਮਤੈ ਕੋਏ, ਕੱਲੇ ਆਣੇ ਆਪ ਜਿਸ ਨਾਹੀ ਦੂਜਾ ਮਤੈ ਕੋਏ। ਜਿਸ ਮਾਲਕ ਪ੍ਰਭੂ ਨੂੰ ਕੋਈ ਹੋਰ ਦੂਜਾ ਮੱਤਾਂ ਨਹੀਂ ਦੇ ਸਕਦਾ, ਉਹ ਆਪ ਹੀ ਜੀਵਾਂ ਨੂੰ ਜਗਤ ਵਿੱਚ ਭੇਜਦਾ ਹੈ ਤੇ ਆਪ ਹੀ ਸੱਦ ਲੈਂਦਾ ਹੈ। ਕੱਲੇ ਆਣੇ ਨਾਨਕਾ ਸੱਦੇ ਉੱਠੀ ਜਾਏ। ਪਰਮਾਤਮਾ ਇਨਸਾਨ ਨੂੰ ਸੰਸਾਰ ਵਿੱਚ ਭੇਜਦਾ ਹੈ ਤਾਂ ਸੰਸਾਰ ਅੰਦਰ ਇਹ ਜੀਵ ਆਉਂਦਾ ਹੈ, ਤੇ ਜਦੋਂ ਪਰਮਾਤਮਾ ਵਾਹਿਗੁਰੂ ਜੀ ਸੱਦ ਲੈਂਦੇ ਹਨ ਤੇ ਇਹਨੂੰ ਸੰਸਾਰ ਤੋਂ ਜਾਣਾ ਪੈਂਦਾ। ਕੱਲੇ ਆਣੇ ਆਪ
ਜਿਸ ਨਾਹੀ ਦੂਜਾ ਮਤੈ ਕੋਏ। ਕੋਈ ਦੂਜਾ ਪ੍ਰਮਾਤਮਾ ਨੂੰ ਸਲਾਹ ਨਹੀਂ ਦੇ ਸਕਦਾ, ਕੋਈ ਦੂਜਾ ਪ੍ਰਮਾਤਮਾ ਨੂੰ ਮੱਤਾਂ ਨਹੀਂ ਦੇ ਸਕਦਾ। ਪ੍ਰਮਾਤਮਾ ਵਾਹਿਗੁਰੂ ਜੀ ਆਪ ਹੀ ਜੀਵਾਂ ਨੂੰ ਜਗਤ ਵਿੱਚ ਭੇਜਦਾ ਤੇ ਆਪ ਹੀ ਵਾਪਸ ਸੱਦ ਲੈਂਦਾ ਹੈ। ਢਾਹੇ ਉਸਾਰੇ ਸਾਜ ਜਾਣੈ ਸਭ ਸੋਏ। ਪ੍ਰਭੂ ਆਪ ਹੀ ਜਗਤ ਰਚਨਾ ਢਾਉਂਦਾ ਹੈ ਤੇ ਉਸਾਰਦਾ ਹੈ। ਉਹ ਸਭ ਕੁਝ ਆਪ ਹੀ ਪੈਦਾ ਕਰਨੀ ਜਾਣਦਾ ਹੈ। ਅੱਖ ਝਮਕਣ ਦੇ ਸਮੇਂ ਅੰਦਰ ਪ੍ਰਮਾਤਮਾ ਵਾਹਿਗੁਰੂ ਜੀ ਨੇ ਜੋ ਸੰਸਾਰ ਪਸਾਰਿਆ ਹੋਇਆ ਹੈ, ਇਹ ਪੂਰੇ ਸੰਸਾਰ ਨੂੰ ਉਹ ਸਮੇਟ ਸਕਦਾ, ਉਹਦੇ ਵਿੱਚ ਇੰਨੀ ਪਾਵਰ ਹੈ। ਤੇ ਆਪ ਹੀ ਪ੍ਰਮਾਤਮਾ ਵਾਹਿਗੁਰੂ ਜੀ ਇਹ ਸੰਸਾਰ ਦੀ ਪਾਲਣਾ ਕਰ ਰਿਹਾ, ਇਹ ਸੰਸਾਰ ਨੂੰ ਉਸਾਰ ਵੀ ਉਹੀ ਰਿਹਾ ਤੇ ਢਾਹ ਵੀ ਉਹੀ ਸਕਦਾ ਹੈ। ਨਾਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ। ਨਾਉ ਨਾਨਕ ਬਖਸ਼ੀਸ, ਜਿਸ ਮਨੁੱਖ ਉੱਤੇ ਮਿਹਰ ਦੀ ਨਜ਼ਰ ਕਰਨ ਵਾਲੇ ਪ੍ਰਭੂ ਦੀ ਨਿਗਾਹ ਹੋ ਜਾਂਦੀ ਹੈ। ਨਦਰੀ ਕਰਮ ਹੋਏ, ਉਸ ਨੂੰ ਬਖਸ਼ਿਸ਼ ਵਜੋਂ ਉਸ ਦਾ ਨਾਮ ਮਿਲਦਾ ਹੈ। ਮਹਾਰਾਜ ਕਹਿੰਦੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਵੀ ਜਿਸ ਮਨੁੱਖ ਉੱਤੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਨਜ਼ਰ ਹੋ ਜਾਏ, ਜਿਸ ਉੱਤੇ ਉਹ ਬਖਸ਼ਿਸ਼ ਨਾਲ ਦੇਖ ਲਏ, ਉਸ ਦੀ ਝੋਲੀ ਵਿੱਚ ਪਰਮਾਤਮਾ ਵਾਹਿਗੁਰੂ ਆਪਣੇ ਨਾਮ ਦੀ ਦਾਤ ਪਾ ਦਿੰਦਾ ਹੈ। ਸੋ ਗੁਰਮੁਖੋ, ਇਹ ਸਨ ਜੋ ਅੱਜ ਸਤਿਗੁਰੂ ਜੀਆਂ ਨੇ ਸ੍ਰੀ ਮੁਖ ਵਾਕ ਸਾਹਿਬ ਜੀਆਂ ਦੀ ਬਖਸ਼ਿਸ਼ ਕੀਤੀ। ਉਸ ਹੁਕਮਨਾਮਾ ਸਾਹਿਬ ਜੀਆਂ ਦੇ ਅਖਰੀ ਅਰਥ ਜੋ ਆਪਾਂ ਵਿਚਾਰ ਕੀਤੇ ਹਨ, ਬਾਣੀ ਦੀ ਵਿਚਾਰ ਕਰਦੇ ਸਮੇਂ ਇੱਕ ਨਹੀਂ ਬੇਅੰਤ ਭੁੱਲਾਂ ਹੋ ਗਈਆਂ। ਅਣਜਾਣ ਬੱਚੇ ਸਮਝ ਕੇ ਮਾਫ ਕਰਿਓ ਜੀ। ਭੁੱਲਾਂ ਸਾਡੀ ਝੋਲੀ ਵਿੱਚ ਪਾ ਦਿਓ। ਉਪਦੇਸ਼ ਮੇਰੇ ਸਤਿਗੁਰੂ ਜੀਆਂ ਦਾ ਜਾਣ ਕੇ ਆਪਣੇ ਹਿਰਦਿਆਂ ਦੇ ਅੰਦਰ ਵਸਾ ਲਿਓ ਜੀ। ਗੁਰੂ ਵਾਲੇ ਬਣੋ, ਅੰਮ੍ਰਿਤ ਛਕੋ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।